ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਡੇ ਵਿੱਚੋਂ ਕਈ ਸਵਾਲ ਚੱਕਦੇ ਹਨ ਤੇ ਖਾਸ ਕਰ ਉਹ ਚੱਕਦੇ ਹਨ ਜਿਨ੍ਹਾਂ ਦਾ ਫਰਜ਼ ਬਣਦਾ ਸੀਗਾ ਕਿ ਸਗੋਂ ਅਜਿਹੇ ਸਵਾਲ ਨਾ ਚੱਕ ਕੇ ਦੁਵਿਧਾਵਾਂ ਨਾ ਪਾ ਕੇ ਸਗੋਂ ਕੋਈ ਜੋੜਨ ਦੀ ਗੱਲ ਕਰੀਏ। ਪਰ ਚਲੋ, ਸਵਾਲ ਚੱਕੇ ਜਾਂਦੇ ਹਨ ਤੇ ਜਿੱਥੇ ਕੋਈ ਸਵਾਲ ਹੁੰਦਾ ਤੇ ਕੋਈ ਨਾ ਕੋਈ ਉਹਦਾ ਜਵਾਬ ਵੀ ਜ਼ਰੂਰ ਹੁੰਦਾ ਹੈ। ਬਸ ਲੋੜ ਪੈਂਦੀ ਹੈ ਸਮਝਣ ਦੀ ਉਸ ਕੁਐਸਚਨ ਨੂੰ, ਉਸ ਸਵਾਲ ਨੂੰ, ਤੇ ਗੁਰੂ ਦੇ ਵੱਲ ਆਪਣੇ ਕਹਿ ਸਕਦੇ ਹਾਂ ਕਿ ਝਾਤ ਮਾਰਨ ਵੱਲ ਕਿ ਗੁਰੂ ਕੀ ਕਹਿੰਦੇ ਆ। ਤੇ ਸਵਾਲ ਇਹੀ ਹੈ ਕਿ ਬਈ ਰੋਜ਼ ਨਿਤਨੇਮ ਕਰਨ ਦਾ ਕੀ ਲਾਭ। ਭਾਵ ਬਾਣੀ ਇੱਕੋ ਸੀ, ਮੰਨ ਲਓ ਇਸ ਵੇਲੇ ਜੋ ਆਪਾਂ ਐਗਜ਼ਾਮਪਲ ਲੈਂਦੇ ਹਾਂ, ਕਹਿੰਦੇ ਵੀ ਜਪਜੀ ਸਾਹਿਬ ਪੜ੍ਹਨ ਦਾ ਕੀ ਫਾਇਦਾ ਰੋਜ਼ ਹੈ ਨਾ। ਕਈ ਆਉਂਦੇ ਨਾ, ਕਹਿੰਦੇ ਵੀ ਠੀਕ ਕਿ ਉਹਦੇ 'ਚ ਜੋ ਲਿਖਿਆ ਪੜ੍ਹ ਤੇ ਲਿਆ, ਹੁਣ ਉਹਨੂੰ ਬਾਰ-ਬਾਰ ਪੜ੍ਹ ਕੇ ਕਰਨਾ ਕੀ ਹੈ, ਪਤਾ ਲੱਗ ਗਿਆ ਹੁਣ ਕਰੋਗੇ। ਮੈਂ ਕਹਿੰਦਾ ਜਿਹੜੇ ਕਹਿਣ ਵਾਲੇ ਆ ਉਹਨਾਂ ਦੀ ਗੱਲ ਜਾਇਜ਼ ਹੈ, ਪਰ ਕਿਸ ਤਰੀਕੇ ਦੇ ਨਾਲ ਜਾਇਜ਼ ਹੈ ਇਸ ਨੂੰ ਥੋੜ੍ਹਾ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ। ਇਸ ਵੱਲ ਝਾਤਵਾਨ ਨਹੀਂ। ਕਹਿੰਦੇ ਵੀ ਜੇ ਪੜ੍ਹ ਲਿੱਤਾ ਤੇ ਹੁਣ ਉਹਨੂੰ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ। ਫੋਰ ਐਗਜ਼ਾਮਪਲ ਆਪਾਂ ਪੜ੍ਹਿਆ ਇੱਕ ਓਂਕਾਰ ਵੀ ਪਰਮਾਤਮਾ ਇੱਕ ਹੈ, ਅਸੀਂ ਸਮਝ ਲਿਆ ਵੀ ਉਹ ਹਰ ਜਗ੍ਹਾ ਵਿਆਪਕ ਹੈ, ਉਹ ਹਰ ਕਿਸੇ ਵਿੱਚ ਵਸਦਾ ਹੈ ਨਾ। ਇਹ ਸਾਨੂੰ ਅਸੀਂ ਪੜ੍ਹ ਲਿੱਤਾ ਜਪਜੀ ਸਾਹਿਬ ਵਿੱਚ, ਹੁਣ ਰੋਜ਼ ਪੜ੍ਹਨ ਦੀ ਕੀ ਲੋੜ ਹੈ ਨਾ। ਅਸੀਂ ਪੜ੍ਹ ਤੇ ਲਿੱਤਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹੈ ਨਾ, ਫਿਰ ਅਸੀਂ ਪੜ੍ਹੀ ਜਾਂਦੇ ਹਾਂ। ਰੋਜ਼ ਪੜ੍ਹਨ ਦਾ ਫਾਇਦਾ ਕੀ ਹੈ ਨਾ। ਹੁਕਮ ਹੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ। ਚਲੋ, ਮੈਂ ਗੱਲ ਨੂੰ ਜ਼ਿਆਦਾ ਲੰਬੀ ਨਾ ਕਰਦਾ ਹੋਏ ਸਿਰਫ ਸੰਖੇਪ ਵਿੱਚ ਇਹ ਬੇਨਤੀ ਕਰਾਂਗਾ। ਹਾਂ, ਇਹ ਗੱਲ ਜਾਇਜ਼ ਹੈ ਜੇ ਇੱਕ ਵਾਰ ਤੁਸੀਂ ਪੜ੍ਹ ਲਿੱਤਾ, ਹੋਰ ਜੇ ਪੱਲੇ ਬੰਨ੍ਹ ਲਿੱਤਾ ਉਸ ਨੂੰ, ਜੋ ਗੱਲ ਕਹੀ ਗਈ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ। ਜੇ ਤੇ ਕੋਈ ਕਹਿ ਸਕਦਾ ਕਿ ਦਾਅਵਾ ਕਰ ਸਕਦਾ ਇਸ ਚੀਜ਼ ਦਾ, ਹਾਂ ਜੀ ਵੀ ਮੇਰੀ ਸੁਰਤ ਨੇ, ਕਹਿ ਸਕਦੇ ਹਾਂ ਕਿ ਮੇਰੇ ਜੀਵਨ ਵਿੱਚ ਉਹ ਗੱਲ ਢਲ ਗਈ ਹੈ, ਮੇਰੀ ਸੁਰਤ ਵਿੱਚ ਉਹ ਗੱਲ ਪੈ ਗਈ ਹੈ ਕਿ ਹਾਂ ਇਹ ਗੱਲ ਜਿਹੜੀ ਹੈ ਉਹ ਬਿਲਕੁਲ ਸਹੀ ਹੈ, ਫਿਰ ਤੋਂ ਦੁਬਾਰਾ ਪੜ੍ਹਨ ਦੀ ਲੋੜ ਹੀ ਨਹੀਂ। ਜੇ ਮੈਨੂੰ ਸਮਝ ਆ ਗਿਆ ਕਿ ਭਾਈ ਜੇ ਮੈਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਲੱਖ ਵਾਰੀ ਕਿਉਂ ਨਾ ਇਸ਼ਨਾਨ ਕਰ ਲਵਾਂ, ਸੋਚੈ ਸੋਚ ਨਾ ਹੋਵਈ, ਬਈ ਉਹਦੇ ਨਾਲ ਮੇਰੀ ਕਹਿ ਸਕਦੇ ਹਾਂ ਜਿਹੜੀ ਅੰਦਰ ਦੀ ਜਿਹੜੀ ਮਲੀਨ ਮੱਤ ਹੈ ਉਹ ਬਾਹਰੀ ਇਸ਼ਨਾਨ ਨਾਲ ਨਹੀਂ ਧੋਤੀ ਜਾ ਸਕਦੀ, ਤੇ ਫਿਰ ਠੀਕ ਹੈ। ਜੇ ਪ੍ਰੈਕਟੀਕਲ ਇਸ ਚੀਜ਼ ਨੂੰ ਸਮਝ ਆ ਗਈ, ਜਿਸ ਨੇ ਇਸ ਨੂੰ ਪ੍ਰੈਕਟੀਕਲ ਜਮਾ ਲਿਆ ਔਰ ਆਪਣੇ ਤੇ ਢਾਲ ਲਿੱਤਾ, ਉਹਦੇ ਵਾਸਤੇ ਬਿਲਕੁਲ ਜਾਇਜ਼। ਉਹਨੂੰ ਦੁਬਾਰਾ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਉਸਨੇ ਉਸ ਨੂੰ ਅਮਲੀ ਜਾਮਾ ਪਹਿਨਾ ਲਿੱਤਾ। ਹੁਣ ਉਹ ਪੜ੍ਹ ਨਹੀਂ ਰਿਹਾ, ਸਗੋਂ ਉਸ ਨੂੰ ਪ੍ਰੈਕਟੀਕਲ ਬੇਸ 'ਤੇ ਰੋਜ਼ ਕਮਾ ਰਿਹਾ ਹੈ। ਜਿਸ ਨੇ ਇਸ ਗੱਲ ਨੂੰ ਸਮਝ ਲਿੱਤਾ ਵੀ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਫਤਾਰ, ਭਾਵ ਜਿਸ ਨੇ ਇਹ ਗੱਲ ਨੂੰ ਸਮਝ ਲਿੱਤਾ ਕਿ ਮੈਂ ਜਿੰਨੀ ਮਰਜ਼ੀ ਬਾਹਰੋਂ ਦਿਖਾਵਾ ਕਰ ਲਵਾਂ, ਚੁੱਪ ਰਹਿਣ ਦਾ, ਮੌਨ ਵਰਤ ਧਾਰਨ ਦਾ ਕਹਿ ਲਵਾਂ ਕਿ ਲੋਕਾਂ ਨੂੰ ਦਿਖਾ ਕੇ ਹੋ ਸਕਦਾ ਉਹਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਮੇਰਾ ਅੰਦਰ ਜਾਣਦਾ, ਮੇਰਾ ਅੰਦਰਲਾ ਚੁੱਪ ਨਹੀਂ ਹੋ ਸਕਦਾ ਹੈ ਬਾਹਰੀ ਚੁੱਪ ਦੇ ਨਾਲ। ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਹੋ ਸਕਦਾ, ਭਾਵੇਂ ਕੋਈ ਜਿੰਨੀ ਮਰਜ਼ੀ ਵਾਰ ਇਸ ਤਰੀਕੇ ਦੇ ਨਾਲ, ਭਾਵੇਂ ਇੱਕ ਤਾਰ ਕੋਈ ਸਮਾਧੀ ਲਾ ਕੇ ਬਹਿ ਕੇ ਦਿਖਾਵਾ ਕਰਨ ਦੀ ਕੋਸ਼ਿਸ਼ ਕਿਉਂ ਨਾ ਕਰੇ। ਕਹਿੰਦੇ ਨਾ, ਮਨ ਨਾ ਡਿੱਗਿਆ ਤਨ ਕਾਹੇ ਕੋ ਡਿਗਾਵੇ। ਭਾਵ ਕਿ ਜੇ ਮਨ ਹੀ ਨਹੀਂ ਟਿਕਿਆ ਤੇ ਤੁਸੀਂ ਤਨ ਨੂੰ ਬਾਹਰੋਂ ਦਿਖਾਵਾ ਕਰਕੇ ਕੋਈ ਫਾਇਦਾ ਨਹੀਂ, ਕਿਉਂਕਿ ਤੁਸੀਂ ਜਾਣਦੇ ਹੋ, ਗੁਰੂ ਜਾਣਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ, ਕੀ ਸਹੀ ਹੈ ਕੀ ਗਲਤ ਹੈ। ਤੇ ਉਹੀ ਕਹਿਣ ਤੋਂ ਭਾਵ ਇਹ ਹੈ ਕਿ ਪ੍ਰੈਕਟੀਕਲ ਲੈਵਲ 'ਤੇ ਲੈ ਕੇ ਆਉਣ ਵਾਲੀ ਗੱਲ ਹੁੰਦੀ ਹੈ। ਜੇ ਉਹ ਅੱਜ ਆ ਜਾਏ, ਜੇ ਉਹ ਕੱਲ੍ਹ ਆ ਜਾਏ, ਜੇ ਉਹ ਹਾਲੇ ਤੱਕ ਨਹੀਂ ਆਇਆ, ਸੁਰਤ ਨਹੀਂ ਸਮਝ ਪਾ ਰਹੀ, ਅਜੇ ਪਕੜ ਨਹੀਂ ਬਣੀ, ਤੇ ਫਿਰ ਰੋਜ਼ ਉਹਨੂੰ ਸਮਝਾਉਣਾ ਪਏਗਾ ਨਾ। ਅਗਰ ਬੱਚੇ ਨੂੰ ਏ ਫॉर ਐਪਲ ਪਹਿਲੇ ਕਹਿੰਦੇ ਕਿ ਉਹਦਾ ਹੱਥ ਫੜ ਕੇ ਉਹਦੇ ਕੋਲ ਲਿਖਵਾਇਆ ਜਾਂਦਾ ਹੈ ਨਾ, ਪਰ ਉਹ ਹੱਥ ਕਦੋਂ ਤੱਕ ਫੜਿਆ ਜਾਂਦਾ ਹੈ, ਜਦੋਂ ਤੱਕ ਉਹਨੂੰ ਲਿਖਣਾ ਨਹੀਂ ਆਉਂਦਾ। ਜਦੋਂ ਉਹਨੂੰ ਲਿਖਣਾ ਆ ਜਾਏ ਤੇ ਫਿਰ ਉਹਦਾ ਹੱਥ ਥੋੜ੍ਹੀ ਨਾ ਫੜਿਆ ਜਾਂਦਾ। ਉਹ ਕਹਿੰਦਾ ਜੀ ਹੁਣ ਤਾਂ ਲਿਖਣਾ ਆ ਗਿਆ, ਹੁਣ ਏ ਫॉर ਐਪਲ ਆ ਗਿਆ। ਅਤੇ ਜਦੋਂ ਉਹਨੂੰ ABCD ਆ ਜਾਂਦੀ ਹੈ, ਹੁਣ ਉਹਨੂੰ ਪ੍ਰੈਕਟੀਕਲ ਬਿਲਕੁਲ ਉਹਦੇ ਸੁਰਤ ਵਿੱਚ ਵੱਸ ਗਈ, ਅਤੇ ਉਹਦੇ ਬਾਅਦ ਉਹਦੇ ਅੱਗੇ ਸੈਂਟੈਂਸਿਸ ਸ਼ੁਰੂ ਕਰ ਦਿੰਦੀ ਆ, ਵਰਡ ਬਣਾਉਣੇ ਸ਼ੁਰੂ ਕਰ ਦਿੰਦੇ ਆ ਨਾ। ਲਾਈਕ ਉਹਨੂੰ ਸਿਖਾਉਣ ਲੱਗ ਜਾਂਦੇ BAT ਬੈਟ, CAT ਕੈਟ, ਅੱਗੇ ਸ਼ੁਰੂ ਹੋ ਜਾਂਦੀ ਅਗਲੀ ਪੜ੍ਹਾਈ ਹੈ ਨਾ। ਪਰ ਪ੍ਰੈਕਟੀਕਲ ਕਿੱਥੇ, ਲੇਕਿਨ ਜਿਹੜਾ ਉਹਨੂੰ ਪਹਿਲੀ ਜਿਹੜਾ ਪੁਆਇੰਟ ਆ ਉਹ ਸਮਝ ਆਇਆ ਤਾਂ ਹੀ ਤਾਂ ਅੱਗੇ ਵੱਧਦਾ ਹੈ ਨਾ। ਅਗਰ ਅਸੀਂ ਕਹੀਏ ਕਿ ਹਾਂ ਜੀ ਅਸੀਂ ਇੰਨੇ ਜੋਗੇ ਹੋ ਗਏ ਹਾਂ, ਸਾਨੂੰ ਇਹ ਗੱਲ ਸਮਝ ਆ ਗਈ ਹੈ, ਜੋ ਜਪਜੀ ਸਾਹਿਬ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਕਹਿਣ ਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਬਾਣੀ, ਕੋਈ ਛੋਟੀ ਮੋਟੀ ਗੱਲ ਨਹੀਂ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਔਰ ਆਪਾਂ ਕਹਿ ਦਿੰਦੇ ਹਾਂ ਇਹਨੂੰ ਰੋਜ਼ ਪੜ੍ਹਨ ਦਾ ਕੀ ਫਾਇਦਾ। ਇੱਕ ਤਰਫ ਆਪਾਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ,
ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਜਿਹੜਾ ਕਹਿ ਸਕਦਾ ਕਿ ਭਾਵ ਇੱਕ ਨਿਚੋੜ ਹੈ, ਉਹਨੂੰ ਆਪਾਂ ਇੰਨੇ ਹਲਕੇ ਵਿੱਚ ਲੈ ਲਿੱਤਾ ਕਿ ਉਹਨੂੰ ਰੋਜ਼ ਪੜ੍ਹਨ ਦਾ ਲਾਭ ਕੀ ਹੈ, ਉਹਨੂੰ ਪੜ੍ਹਨ ਦੀ ਲੋੜ ਕੀ ਹੈ। ਵਾਹਿਗੁਰੂ, ਇਹ ਬਹੁਤ 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 ਵੱਡੀ ਭੁੱਲ ਹੈ ਸਾਡੀ, ਕਿਉਂਕਿ ਪੂਰੀ ਜ਼ਿੰਦਗੀ, ਮੈਂ ਤਾਂ ਕਹਿੰਦਾ ਇੱਕ ਜ਼ਿੰਦਗੀ ਨਹੀਂ, ਪਤਾ ਨਹੀਂ ਅਜਿਹੀਆਂ ਕਿੰਨੀਆਂ ਜ਼ਿੰਦਗੀਆਂ ਸਾਡੀਆਂ ਲੰਘ ਜਾਣੀਆਂ ਕਿ ਅਸੀਂ ਇਸ ਨੂੰ ਪ੍ਰੈਕਟੀਕਲ ਪਤਾ ਨਹੀਂ ਅਜਮਾ ਪਾਵਾਂਗੇ ਨਹੀਂ। ਗੁਰੂ ਸਾਹਿਬ ਕਿਰਪਾ ਕਰਨ ਸਾਡੇ ਤੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਾਡੇ ਤੇ ਇਹ ਅਮਲੀ ਜਾਮਾ ਪਹਿਨਾ ਲੈਣ। ਪਰ ਇਹ ਜੋ ਗੱਲਾਂ ਕੀਤੀਆਂ ਗਈਆਂ ਹਨ ਸੱਚੇ ਵਿੱਚ, ਇਹ ਬਹੁਤ ਡੂੰਘੀਆਂ ਹਨ। ਅਸੀਂ ਰੋਜ਼ ਪੜ੍ਹ ਲਿੱਤਾ, ਆਪੇ ਬੀਜ ਆਪੇ ਹੀ ਖਾਓ। ਅਸੀਂ ਖੁਦ ਪੜ੍ਹਿਆ ਕਿ ਜੋ ਬੀਜਦਾ ਹੈ ਨਾ ਬੰਦਾ, ਉਹੀ ਉਹਨੂੰ ਅੱਗੇ ਉਹਦਾ ਫਲ ਮਿਲਦਾ ਹੈ। ਅਗਰ ਉਹਨੇ ਗਲਤ ਬੀਜਿਆ ਤਾਂ ਅੱਗੇ ਉਹਦੇ ਨਾਲ ਗਲਤ ਹੀ ਹੋਣਾ ਹੈ। ਇਹ ਨਾ ਸੋਚੋ ਕਿ ਉਹਨੇ ਗਲਤ ਬੀਜ ਕੇ ਅੱਗੇ ਉਹਦੇ ਨਾਲ ਸਹੀ ਹੋਇਆ, ਨਹੀਂ। ਕਿਉਂਕਿ ਅਸੀਂ ਜਪਜੀ ਸਾਹਿਬ ਵਿੱਚ ਪੜ੍ਹ ਰਹੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਮੈਨੂੰ ਨਹੀਂ ਵਿਸਰਦਾ, ਮੈਂ ਤਾਂ ਉਹਨੂੰ ਯਾਦ ਹੀ ਨਹੀਂ ਕਰਦਾ। ਪੂਰਾ ਦਿਨ ਮੇਰੇ 24 ਘੰਟੇ ਐਵੇਂ ਨਿਕਲ ਜਾਂਦੇ ਆ, ਕਦੀ ਇਹ ਕੰਮ ਹੈ, ਕਦੀ ਉਹ ਕੰਮ ਹੈ, ਕਦੀ ਇੱਥੇ ਜਾਣਾ, ਕਦੀ ਉੱਥੇ ਜਾਣਾ। ਅਤੇ ਫਿਰ ਕੀ ਮੇਰੇ ਪ੍ਰੈਕਟੀਕਲ ਲੈਵਲ ਹਾਲੇ ਮੇਰਾ ਕਿੱਥੇ ਆਇਆ? ਜ਼ੀਰੋ ਹੈ ਨਾ ਪ੍ਰੈਕਟੀਕਲ ਲੈਵਲ 'ਤੇ। ਅਤੇ ਫਿਰ ਅਸੀਂ ਕਹਿੰਦੇ ਪੜ੍ਹਨ ਦੀ ਲੋੜ ਕੀ ਹੈ। ਜਿਸ ਦਿਨ ਲੈਸਨ ਪ੍ਰੈਕਟੀਕਲ ਬੇਸ 'ਤੇ ਦਿਮਾਗ ਵਿੱਚ ਵੜ ਜੇ, ਸਮਝ ਆ ਜੇ, ਉਦੋਂ ਭਾਵੇਂ ਠੀਕ ਹੈ। ਕਿਉਂਕਿ ਉਹਦੇ 'ਚ ਤੁਸੀਂ ਉਦੋਂ ਵੀ ਤੁਸੀਂ ਕਹਿ ਲਓ ਕਿ ਤੁਹਾਡਾ ਨਾ ਪੜ੍ਹਿਆ ਵੀ ਪੜ੍ਹਨ ਤੋਂ 100 ਗੁਣਾ ਚੰਗਾ ਜੇ ਉਹਨੂੰ ਪ੍ਰੈਕਟੀਕਲ ਲੈਵਲ 'ਤੇ ਅਜਮਾ ਲਿੱਤਾ, ਕਰ ਲਿੱਤਾ। ਉਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ? ਪਹੁੰਚਣਾ ਤਾਂ ਉੱਥੇ ਹੀ ਨਾ। ਗੁਰੂ ਸਾਹਿਬ ਕਿਰਪਾ ਕਰਨ, ਉਹੀ ਸਮਰੱਥ ਨੇ ਪਹੁੰਚਾਉਣ ਦੇ, ਉਹਦੇ 'ਚ ਉਹ ਯੋਗ ਨੇ, ਅਤੇ ਸਾਨੂੰ ਵੀ ਇਸ ਯੋਗ ਬਣਾ ਸਕਦੇ ਹਨ ਕਿ ਅਸੀਂ ਉਸ 'ਤੇ ਚੱਲ ਸਕੀਏ। ਪਰ ਜਦ ਤੱਕ ਨਹੀਂ ਹੈ ਇਸ ਤਰੀਕੇ ਦਾ ਕੋਈ ਸਾਡੀ ਖੇਡ ਵਾਪਰਦੀ, ਅਤੇ ਜ਼ਰੂਰ ਸਾਨੂੰ ਬਾਣੀ ਬਿਲਕੁਲ ਨਹੀਂ ਛੱਡਣੀ। ਹੋਰ ਸਗੋਂ ਕੋਸ਼ਿਸ਼ ਕਰਨੀ ਹੈ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਜਿੰਨੇ ਵੀ ਅਰਥ ਜਿੱਥੋਂ ਵੀ ਮਿਲ ਰਹੇ ਹਨ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ, ਅਤੇ ਉਹਨਾਂ ਦਾ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਇੱਕ ਇਸ਼ਾਰਾ ਲੈ ਕੇ ਪ੍ਰੈਕਟੀਕਲ ਲੈਵਲ 'ਤੇ ਸਮਝਣ ਦੀ ਕੋਸ਼ਿਸ਼ ਕਰੀਏ, ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ। ਇਹ ਤਾਂ ਹੀ ਹੋ ਸਕਦਾ ਜੇ ਉਹਨੂੰ ਬਾਰ-ਬਾਰ ਅਸੀਂ ਦੁਹਰਾਵਾਂਗੇ। ਅਗਰ ਦੁਹਰਾਣੇ ਛੱਡਤਾ, ਸਾਨੂੰ ਆਪਣਾ ਲੈਸਨ ਭੁੱਲ ਹੀ ਜਾਣਾ, ਅਤੇ ਉਹਨੂੰ ਫਿਰ ਪ੍ਰੈਕਟੀਕਲ ਕਮਾਉਣਾ ਕਿੱਥੋਂ ਹੈ? ਜੇ ਭੁੱਲ ਹੀ ਜਾਣਾ ਹੈ ਅਤੇ ਫਿਰ ਕਮਾਵਾਂਗੇ ਕਿਵੇਂ? ਉਮੀਦ ਹੈ ਗੱਲ ਪਕੜ 'ਚ ਆਈ ਹੋਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।